ਜਲੰਧਰ ਦੇ ਹਲਕੇ ਕਰਤਾਰਪੁਰ ਦੇ ਵਿੱਚ ਕੇਜਰੀਵਾਲ ਨੇ ਰਜਿਸਟ੍ਰੇਸ਼ਨ ਮੁਹਿੰਮ ਦੀ ਕੀਤੀ ਸ਼ੁਰੂਆਤ। ਕਿਹਾ ਪਹਿਲੀ ਵਾਰ ਮਿਲੇ ਪੈਸਿਆਂ ਦੇ ਨਾਲ ਸੂਟ ਲੈਣ ਮਹਿਲਾਵਾਂ। ਚੰਨੀ ਨੂੰ ਦੱਸਣ ਕਾਲੇ ਭਰਾ ਨੇ ਦਿੱਤਾ ਸੂਟ। ਕੇਜਰੀਵਾਲ ਨੇ ਮਾਈਨਿੰਗ ਮਾਫੀਆ ਤੇ ਫਿਰ ਘੇਰੀ ਚੰਨੀ ਸਰਕਾਰ। ਬੋਲੇ ਸੀਐਮ ਦੇ ਹਲਕੇ ਦੇ ਵਿੱਚ ਚੱਲ ਰਹੀ ਨਾਜਾਇਜ਼ ਮਾਈਨਿੰਗ। ਬੋਲੇ ਸੱਤਾ ਚੋਣ ਤੇ ਕਰਵਾਵਾਂਗਾ ਜਾਂਚ। ਭ੍ਰਿਸ਼ਟ ਲੀਡਰਾਂ ਦੀ ਜੇਬ ਦੇ ਵਿੱਚੋਂ ਪੈਸਾ ਕਢਵਾ ਕੇ ਔਰਤਾਂ ਦੇ ਖਾਤੇ ਦੇ ਵਿੱਚ ਪਾਵਾਂਗੇ। ਅੰਮ੍ਰਿਤਸਰ ਦੇ ਸਰਕਾਰੀ ਸਕੂਲ ਦੇ ਵਿੱਚ ਅਚਾਨਕ ਪਹੁੰਚੇ ਸੀਐਮ ਚੰਨੀ। ਪੜ੍ਹਾਈ ਅਤੇ ਇੰਤਜ਼ਾਮਾਂ ਦਾ ਲਿਆ ਜਾਇਜ਼ਾ। ਬੱਚਿਆਂ ਤੇ ਅਧਿਆਪਕਾਂ ਦੇ ਨਾਲ ਕੀਤੀ ਗੱਲਬਾਤ। ਸੁਖਦੇਵ ਢੀਂਡਸਾ ਨੇ ਫਿਰ ਖਾਰਿਜ ਕੀਤਾ ਕੈਪਟਨ ਦਾ ਦਾਅਵਾ। ਕਿਹਾ ਫਿਲਹਾਲ ਗੱਠਜੋੜ ਤੇ ਕੁਝ ਵੀ ਨਹੀਂ ਕੀਤਾ ਤੈਅ। ਕੈਪਟਨ ਨਾ ਫੋਨ ਤੇ ਗੱਲ ਹੋਈ ਤੇ ਨਾ ਉਂਝ। ਸਾਬਕਾ ਸੀਐਮ ਨੇ ਬੀਜੇਪੀ ਤੇ ਢੀਂਡਸਾ ਦੇ ਨਾਲ ਗੱਠਜੋੜ ਦਾ ਕੀਤਾ ਸੀ ਦਾਅਵਾ। 2022 ਨੂੰ ਲੈ ਕੇ ਬੀਜੇਪੀ ਨੇ ਵੀ ਖਿੱਚੀ ਤਿਆਰੀ। ਚੰਡੀਗੜ੍ਹ ਦੇ ਵਿੱਚ ਪੰਜਾਬ ਬੀਜੇਪੀ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਦੀ ਅਗਵਾਈ ਦੇ ਵਿੱਚ ਮੀਟਿੰਗ। ਬਾਅਦ ਦੇ ਵਿੱਚ ਕੈਪਟਨ ਦੇ ਨਾਲ ਵੀ ਕਰ ਸਕਦੇ ਨੇ ਮੁਲਾਕਾਤ। ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਗੈਂਗਸਟਰ ਕਹੀ ਜਾਣ ਤੇ ਭੜਕਿਆ ਸਿੱਧੂ ਮੂਸੇਵਾਲਾ। ਕਿਹਾ ਜੇ ਮੈਂ ਗੈਂਗਸਟਰ ਸੀ ਤਾਂ ਮੈਨੂੰ ਕਰ ਦੇ ਅੰਦਰ। ਥੋੜੀ ਦੇਰ ਦੇ ਵਿੱਚ ਸਿੰਘ ਬਾਰਡਰ ਤੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਵੇਗੀ ਸ਼ੁਰੂ। ਅਗਲੀ ਰਣਨੀਤੀ ਤੇ ਕਰਨਗੇ ਮੰਥਨ। ਸਰਕਾਰ ਦੇ ਵੱਲੋਂ ਗੱਲਬਾਤ ਦਾ ਸੱਦਾ ਨਾ ਮਿਲਣ ਤੇ ਨਾਰਾਜ਼ ਨੇ ਕਿਸਾਨਾਂ ਕੋਲ। ਸੱਜਣ ਕੁਮਾਰ ਦੀਆਂ ਹੋਰ ਵਧਣਗੀਆਂ ਮੁਸ਼ਕਿਲਾਂ। 84 ਕਤਲੇਆਮ ਦੇ ਨਾਲ ਜੁੜੇ ਕੇਸ ਦੇ ਵਿੱਚ ਕੋਰਟ ਨੇ ਦਿੱਤੇ ਇਲਜ਼ਾਮ ਤੈਅ ਕਰਨ ਦੇ ਆਦੇਸ਼। 16 ਦਸੰਬਰ ਨੂੰ ਸੁਣਵਾਈ ਦਿੱਲੀ ਦੀ ਕੋਰਟ ਕਰੇਗੀ। ਹਾਈ ਕੋਰਟ ਪਹੁੰਚੇ ਡੇਰਾ ਸਿਰਸਾ ਦੇ ਵਾਈਸ ਚੇਅਰਮੈਨ PR ਨੈਣ। ਬੇਅਦਬੀ ਕੇਸ ਦੇ ਵਿੱਚ ਪੁੱਛਗਿੱਛ ਤੋਂ ਪਹਿਲਾਂ ਨੋਟਿਸ ਦੇਣ ਦੀ ਕੀਤੀ ਮੰਗ। ਕਿਹਾ ਕੱਲ ਡੇਰੇ ਪਹੁੰਚੀ ਸਿੱਟ ਦੀ ਟੀਮ ਨੂੰ ਨਹੀਂ ਮਿਲੇ ਸਨ। ਪੰਜਾਬ ਦੇ ਵਿੱਚ ਫਿਰ ਥਮੀ ਸਰਕਾਰੀ ਬੱਸਾਂ ਦੀ ਰਫ਼ਤਾਰ। ਹੜਤਾਲ ਤੇ ਗਏ PRTC ਪਨਬੱਸ ਅਤੇ ਰੋਡਵੇਜ਼ ਦੇ ਕੱਚੇ ਮੁਲਾਜ਼ਮ। ਬੱਸਾਂ ਨਾ ਚੱਲਣ ਕਰਕੇ ਮੁਸਾਫਿਰ ਪਰੇਸ਼ਾਨ। ਸਤਿ ਸ਼੍ਰੀ ਅਕਾਲ। ਇਸ ਸਮੇਂ ਦੇ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕਰਦੇ ਹਾਂ ਕਿਸਾਨ ਅੰਦੋਲਨ ਤੋਂ, ਕਿਉਂਕਿ ਵੱਡਾ ਇਸ ਵੇਲੇ ਮੁੱਦਾ ਬਣਿਆ ਹੋਇਆ ਕਿ ਆਖਿਰਕਾਰ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਵੀ ਕਿੱਥੇ ਪੇਚ ਫਸਦਾ ਹੋਇਆ ਨਜ਼ਰ ਆ ਰਿਹਾ ਹੈ। ਵੱਡੀ ਖਬਰ ਤੋਂ ਸ਼ੁਰੂਆਤ ਕਰਾਂਗੇ। ਥੋੜੀ ਦੇਰ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਆਮ ਬੈਠਕ ਹੈ। ਬੈਠਕ ਤੋਂ ਪਹਿਲਾਂ ਕਿਸਾਨ ਆਗੂ ਦਰਸ਼ਨਪਾਲ ਦਾ ਵੱਡਾ ਬਿਆਨ ਸਾਹਮਣੇ ਆਇਆ। ਸਰਕਾਰ ਦੇ ਰਵੱਈਏ ਤੋਂ ਕਿਸਾਨਾਂ ਦੇ ਵਿੱਚ ਗੁੱਸਾ ਹੈ, ਕਿਉਂਕਿ ਸਰਕਾਰ ਦੇ ਵੱਲੋਂ ਕੋਈ ਸੱਦਾ ਨਹੀਂ ਦਿੱਤਾ ਜਾ ਰਿਹਾ। ਇਸ ਕਰਕੇ ਕਿਸਾਨ ਗੁੱਸੇ ਦੇ ਵਿੱਚ ਨੇ, ਨਾਰਾਜ਼ ਨੇ। ਟਰੈਕਟਰ ਮਾਰਚ ਕੱਢਣ ਦੀ ਮੰਗ ਹੋ ਰਹੀ ਹੈ ਕਿ ਟਰੈਕਟਰ ਮਾਰਚ ਕੱਢਿਆ ਜਾਵੇ। ਬੈਠਕ ਦੇ ਵਿੱਚ ਅਗਲੀ ਰਣਨੀਤੀ ਤੇ ਮੰਥਨ ਕੀਤਾ ਜਾਏਗਾ ਜੋ ਅੱਜ ਹੋਵੇਗੀ। ਦੱਸ ਦਈਏ ਕਿ ਅੱਜ ਅਹਿਮ ਬੈਠਕ ਹੈ। ਹਾਲਾਂਕਿ ਪਿਛਲੀ ਬੈਠਕ ਦੀ ਗੱਲ ਕਰੀਏ ਤਾਂ ਸਾਫ਼ ਤੌਰ ਤੇ ਤੈਅ ਕਰ ਦਿੱਤਾ ਗਿਆ ਸੀ ਕਿ ਬਾਕੀ ਦੀਆਂ ਮੰਗਾਂ ਜਦੋਂ ਤੱਕ ਪੂਰੀਆਂ ਨਹੀਂ ਹੁੰਦੀਆਂ ਤਾਂ ਉਦੋਂ ਤੱਕ ਇਸੇ ਤਰ੍ਹਾਂ ਦੇ ਨਾਲ ਅਸੀਂ ਡਟੇ ਰਵਾਂਗੇ। ਹਾਲਾਂਕਿ ਅਮਿਤ ਸ਼ਾਹ ਹੋਰਾਂ ਦੀ ਗੱਲ ਕੀਤੀ ਜਾਏ ਤਾਂ ਆਪਣੀ ਰੈਲੀ ਦੇ ਵਿੱਚ ਉਹਨਾਂ ਨੇ ਫਿਰ ਤੋਂ ਦੁਹਰਾ ਦਿੱਤਾ ਹੈ ਕਿ ਸਾਰੀਆਂ ਮੰਗਾਂ ਜਿਹੜੀਆਂ ਨੇ ਉਹ ਮੰਨ ਲਈਆਂ ਗਈਆਂ ਨੇ, ਮੰਨ ਲਈਆਂ ਜਾਣਗੀਆਂ। ਪਰ ਫਿਰ ਵੀ ਫਿਲਹਾਲ ਜੋ ਵੱਡਾ ਬਿਆਨ ਸਾਹਮਣੇ ਆ ਦਰਸ਼ਨਪਾਲ ਉਹਨਾਂ ਦਾ ਕਹਿਣਾ ਸਾਫ਼ ਤੌਰ ਤੇ ਕਿ ਕਿਸਾਨ ਆਗੂ, ਕਿਸਾਨ ਸਾਰੇ ਗੁੱਸੇ ਦੇ ਵਿੱਚ ਨੇ, ਨਾਰਾਜ਼ ਨੇ ਸਰਕਾਰ ਤੋਂ, ਕਿਉਂਕਿ ਕਾਲ ਨਹੀਂ ਦਿੱਤੀ ਜਾ ਰਹੀ ਮੁਲਾਕਾਤ ਦੇ ਲਈ। ਮੁਲਾਕਾਤ ਲਈ ਕੋਈ ਵੀ ਚਿੱਠੀ ਨਹੀਂ ਆ ਰਹੀ, ਉਸ ਦੇ ਲਈ ਸੱਦਾ ਨਹੀਂ ਆ ਰਿਹਾ, ਜਿਸ ਦੇ ਕਾਰਨ ਪਰੇਸ਼ਾਨ ਨੇ ਤੇ ਟਰੈਕਟਰ ਮਾਰਚ ਕੱਢਣ ਦੀ ਮੰਗ ਕੀਤੀ ਜਾ ਰਹੀ। ਦੱਸ ਦੇਈਏ ਕਿ 29 ਤਰੀਕ ਨੂੰ ਜੋ ਸੰਸਦ ਵੱਲ ਕੂਚ ਕਰਨਾ ਸੀ ਉਹ ਰੱਦ कर ਦਿੱਤਾ ਗਿਆ ਸੀ। देखिए सरकार ने बातचीत नहीं की, इसको लेकर बहुत गुस्सा है लोगों में और लोग यहाँ तक कहते हैं कि आंदोलन को फिर ट्रैक्टर मार्च किया जाए। और सरकार ने जो बात नहीं की इसके बावजूद कि हमने कमेटी बना ली थी, ये आज मीटिंग में डिस्कस होगा और पूरे संगठनों से सलाह करके नेक्स्ट फॉर्म ऑफ जो स्ट्रगल है, नेक्स्ट लेवल ऑफ स्ट्रगल है वो डिसाइड करके शुरू किया। दर्शनपाल जी यानी कि आंदोलन में आगे सेक्शन से समाप्त हो सकता है और आंदोलन जारी रहेगा जब तक मांगे पूरी? जी आंदोलन जारी रहेगा जब तक मांगे कि मतलब केस वापस लेने का। MSP के ऊपर जो सरकार ने ट्वीट किया है उसको फॉर्मल रूप देना है। पावर बिल और पराली वाले में फॉर्मल रूप देना है। ट्वीट करके जब उसमें तो बोल ही दिया उन्होंने। नो इट इज अप टू गवर्नमेंट कि वो कैसे करती है, इसलिए हमारे बस का बात नहीं है। मैं समझता हूँ ये सवाल सरकार से पूछा जाना चाहिए। प्रधानमंत्री ने घोषणा की, हमने स्वागत किया, हमने चिट्ठी लिख दी कि बकाया मुद्दे ये हैं। अब उस बकाया मुद्दे पे सरकार का कोई जवाब नहीं आया। सुनने में लिखा कि सरकार कहती है कि बात किससे करें। हमने कहा चलिए 5 मेंबर कमेटी बना देते हैं, आप इससे बात कर लो। अब सरकार उससे बात नहीं कर रही, तो सवाल ये उठता है कि क्या सरकार
इसे समेटने के बारे में गंभीर है कि नहीं है, या कि सरकार चाहती है कि इसको और लटकाया जाए। दुनिया का कौन सा आंदोलन है जो अपने साथियों के खिलाफ केसों की बात किए बगैर उठ जाता है? कौन सा आंदोलन है जो जख्मी और शहीद लोगों के बारे में सेटलमेंट किए बिना उठ जाता है? क्या सरकार ये उम्मीद करती है? अगर ये उम्मीद है तो हम ऐसे कृतघ्न लोग नहीं। ਸੋ ਅਕਿਰਤਕਣ ਕਿਹਾ ਜਾ ਰਿਹਾ ਕਿ ਅਸੀਂ ਬਾਕੀ ਦੇ ਮੁੱਦੇ ਲੈ ਕੇ ਵੀ ਮੰਨਾਂਗੇ ਔਰ नितिन अंतिल फोन लाइन ते ने साढ़े नाल सिंघू बॉर्डर तो पत्रकार जी। नितिन, क्या कुछ जानकारी अगर आज की अहम मीटिंग की बात की जाए तो? जी बिल्कुल, जिस तरह से आज की अहम मीटिंग इसलिए कि किसान नेता दर्शनपाल हैं, वो संकेत देकर गए कि जिस तरह उन्होंने स्थगित कर दिया था संसद मार्च, वो दोबारा कर सकते हैं। और इसी की तरह जो किसान नेता, उनका ये कहना है कि 5 सदस्यीय कमेटी का गठन कर दिया, लेकिन सरकार ने कोई बातचीत नहीं की। चाहे मुकदमों की मांग हो या जो मृतक उनके मुआवजे की मांग हो या फिर जो स्मारक की बात की गई थी वो मांग हो, जो किसानों की मांग थी, उसको देखने के लिए सरकार के पास एक कमेटी बनाई थी, लेकिन उस कमेटी से कोई बातचीत नहीं की। जिसके बाद किसानों में, लोगों में गुस्सा है और आज जो भी बैठक शुरू होगी उसके बाद जो किसान नेता ये कहकर गए हैं कि कोई ना कोई बड़ा फैसला किसान नेता ले सकते हैं और संसद मार्च का भी जो है ऐलान आज हो सकता है। जी ठीक है, बहुत बहुत शुक्रिया, धन्यवाद तमाम जानकारी के लिए नितिन। तो फिलहाल दस दईए कि जो जानकारियां आ रही ने कि ट्रैक्टर मार्च जिहड़ा उसकी मंग की जा रही है, कोई बड़ा एक्शन अज की मीटिंग तो बाद लिया जा सकता है किसान आगुआ के वलों, क्योंकि जो नाराजगी नजर आ रही है। तो एक पासे किसानी अंदोलन ते दूसरे पासे वड्डा मुद्दा अखाड़ा 2022 जिस दी तैयारियां दे विच हर पार्टी लगी हुई है। ते अरविंद केजरीवाल पंजाब दौरे ते आउंदे ने ते इत्थे स्टेज तो वड्डे ऐलान जिहड़े ने कीते जा रहे ने पार्टी दे वल्लों। सो केजरीवाल दे वल्लों महिलावां दी रजिस्ट्रेशन मुहिम दी आज शुरुआत कर दी गई है। 1000 रुपए दे लिए आप दे वल्लों रजिस्ट्रेशन शुरू की गई है। केजरीवाल ने सीएम चन्नी ते कैप्टन ते भी निशाने साधे ने ते रजिस्ट्रेशन की शुरुआत भी की। रजिस्ट्रेशन की प्रक्रिया शुरू करन जा रहे हैं। उन्होंने कहा कि सारियां महिलावां रजिस्ट्रेशन जरूर कराउण, तुहाडे घर घर आके तुहाडे इलाकिਆਂ ਦੇ ਵਿੱਚ ਗਲੀਆਂ ਦੇ ਵਿੱਚ ਆਕੇ रजिस्ट्रेशन साडे कार्यकर्ता करनगे और जरूर करवाई जावे रजिस्ट्रेशन। तो पहली बार पैसे मिलन तो सारियां भैणां सूट लैणे भी कहंदे होए स्टेज तो नजर आए ने अरविंद केजरीवाल और चन्नी नूं दसना कि साडे काले भरा ने सूट दिता है, क्योंकि जो काला क्या आख्या सी उसका लगातार जिक्र किया जा रहा है। अरविंद केजरीवाल के वलों एक कैप्टन वाला नहीं बल्कि केजरीवाल का कार्ड है, उन्होंने कहा, और इसनूं जरूर पूरा किया जाएगा, इसनूं कोई लारे के तौर पर ना लिया जाए। तस्वीरां वेख पा रहे हो अज इस दौरे के दौरान अरविंद केजरीवाल के नाल भगवंत मान, हरपाल चीमा वड्डे जिहड़े आम आदमी पार्टी के लीडर ने पंजाब के, वो भी नजर आ रहे सन। पूछना चाहता हूं, देना चाहिए नहीं देना चाहिए? एक बार फिर से हाथ खड़े कर दो, देना चाहिए। आदमी भी हाथ खड़े कर दो, देने चाहिए। आपके घर के महिलाओं को नहीं देने चाहिए? मैं कोई गलत तो नहीं कर रहा? ये इतनी गालियां कढ़ रहे हैं मेरे को, इतनी गालियां कर, मैंने सोचा कुछ गलत कर रहा हूं, मैंने कुछ गलत कर दिया। मैं चाहता हूं अगर कुछ महिलाएं बता दें कि अगर उनको 1000 रुपए मिलेंगे तो वो क्या करेंगी उस 1000 रुपए से। माइक है यहाँ पे किसी के पास? आप 1000 रुपए अगर आपको मिलेंगे, आप क्या करोगे 1000 रुपए से? ये मेरे को बोले, जब से मैंने बोला, मैंने कहा मैं 1000 रुपए दूंगा। चन्नी साहब बोले ये केजरीवाल काला है, ये उल्टी सीधी बातें करता है। मैं काला हूं, मैं मानता हूं मैं काला हूं। मैं आपसे पूछना चाहता हूं, यहाँ जितनी मेरी माँ बैठी हैं, मैं सारी माओं से पूछना चाहता हूं, आपको काला बेटा पसंद है नहीं पसंद? केजरीवाल पसंद है, फिर ठीक है। मैं यहाँ मेरी बहनें बैठी हैं, आपको काला भाई पसंद है नहीं पसंद? पसंद है। चन्नी साहब देख लें, मैं काला हूं तो क्या हुआ, दिल वाला हूं। मेरी नीयत साफ है, मैं काला हूं, मेरी नीयत साफ है। फिर चन्नी साहब बोले केजरीवाल के कपड़े इतने खराब हैं, ये पता नहीं कैसे कैसे कपड़े पहनता है। मेरे कपड़े जैसे हैं ठीक हैं, लेकिन जिस दिन 1000 रुपए मिलने के बाद ये मेरी सारी माँ बहनें अपने लिए सूट खरीद के लाएंगी, मेरा दिल खुश हो जाएगा। सबसे पहले जब आपको 1000 रुपए मिले, मेरी विनती है, सारे जने अपने अपने लिए एक नया सूट खरीद के लाना,
और चन्नी साहब को कहना हमारे काले भाई ने दिलवाया एक नया सूट हम लोगों को। ਸੋ ਉਧਰ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਵੀ ਅਰਵਿੰਦ ਕੇਜਰੀਵਾਲ ਨੇ ਸੀਐਮ ਚੰਨੀ ਤੇ ਹਮਲਾ ਬੋਲਿਆ। ਸੀਐਮ ਚੰਨੀ ਨੇ ਆਪਣੇ ਹਲਕੇ ਦੇ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਕੀਤੀ ਔਰ ਪੰਜਾਬ ਦੇ ਵਿੱਚ ਇਸ ਦੇ ਲਈ 20,000 ਕਰੋੜ ਦਾ ਘਾਟਾ ਜਿਹੜਾ ਉਹ ਪਾਇਆ ਜਾ ਰਿਹਾ। ਸੋ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਤੰਜ ਕੱਸਿਆ ਔਰ ਰੇਤ ਮਾਫੀਆ ਦੇ ਨਾਲ ਮੰਤਰੀਆਂ ਤੇ ਵਿਧਾਇਕਾਂ ਦੀ ਵੀ ਮਿਲੀ ਭੁਗਤ ਹੈ ਵੀ ਕਹਿੰਦੇ ਹੋਏ ਨਜ਼ਰ ਆਏ ਨੇ ਅਰਵਿੰਦ ਕੇਜਰੀਵਾਲ। ਮਾਫੀਆ ਤੇ ਨਕੇਲ ਕੱਸ ਕੇ ਸੂਬੇ ਦੀ ਆਮਦਨ ਵਧਾਵਾਂਗੇ ਔਰ ਸਰਕਾਰ ਆਈ ਤਾਂ ਰੇਤਾ ਚੋਰੀ ਜਿਹੜੀ ਹੈ ਉਹ ਨਹੀਂ ਹੋਵੇਗੀ ਤੇ ਚੋਰ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਜਾਣਗੇ ਵੀ ਅਰਵਿੰਦ ਕੇਜਰੀਵਾਲ ਨੇ ਅੱਜ ਸਟੇਜ ਤੋਂ ਕਰਤਾਰਪੁਰ ਦੇ ਵਿੱਚ ਕਿਹਾ ਹੈ ਔਰ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸਿੱਧੇ ਤੌਰ ਤੇ ਕਹਿ ਸਕਦੇ ਆ ਸਰਕਾਰ ਤੇ ਇਲਜ਼ਾਮ ਲਗਾਏ। ਸਾਫ ਤੌਰ ਤੇ ਦੱਸਦੇ ਕਿ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਔਰ ਦੇ ਵੱਲੋਂ ਸੀਐਮ ਚੰਨੀ ਤੇ ਹਮਲਾ ਬੋਲਿਆ ਗਿਆ। ਉਹਨਾਂ ਕਿਹਾ ਕਿ ਆਪਣੇ ਹਲਕੇ ਦੇ ਵਿੱਚ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਦੱਸਦੇ ਕਿ ਥੋੜੇ ਦਿਨ ਪਹਿਲਾਂ ਰਾਘਵ ਚੱਡਾ ਜੋ ਕੋ ਇੰਚਾਰਜ ਨੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ, ਉਹਨਾਂ ਦੇ ਵੱਲੋਂ ਜਾ ਕੇ ਅਚਨਚੇਤ ਰੇਡ ਕੀਤੀ ਗਈ ਸੀ। ਉਹਨਾਂ ਕਿਹਾ ਸੀ ਔਰ ਦਾਅਵਾ ਕੀਤਾ ਸੀ ਉੱਥੇ ਕਿ ਇੱਥੇ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ ਧੜੱਲੇ ਦੇ ਨਾਲ, ਪਰ ਇਸ ਦੇ ਵੱਲ ਸਰਕਾਰ ਦਾ, ਸੀਐਮ ਚੰਨੀ ਦਾ ਕੋਈ ਵੀ ਧਿਆਨ ਨਹੀਂ ਹੈ, ਕੋਈ ਵੀ ਧਿਆਨ ਨਹੀਂ ਹੈ, ਜਿਸ ਤੋਂ ਬਾਅਦ ਇਹ ਲਗਾਤਾਰ ਮੁੱਦਾ ਭਖਿਆ ਹੋਇਆ ਹੈ। चन्नी साहब के हल्के में परसों अवैध रेता चोरी करते हुए पकड़े गए हैं लोग। उनके हल्के में रेता चोरी हो रही है। ऐसा तो नहीं हो सकता कि चन्नी साहब को नहीं पता रेता चोरी हो रही है। पता तो होगा, पैसा भी ऊपर होगा। जितनी रेता चोरी हो रही है 20,000 करोड़। ਸਾਫ ਤੌਰ ਤੇ ਬਿਆਨ ਸੁਣਿਆ ਤੁਸੀਂ ਔਰ ਨਾਜਾਇਜ਼ ਰੇਤਾ ਮਾਈਨਿੰਗ ਜਿਹੜੀ ਆ ਉਹ ਹੋ ਰਹੀ ਹੈ। ਇਸ ਦੇ ਲਈ ਲਗਾਤਾਰ ਦਾਅਵੇ ਕੀਤੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ।